ਮੇਰਾ ਨਾਮ ਦੀਪਿਕਾ ਹੈ। ਮੈਂ ਆਪਣੀ ਰੋਜ਼ ਦੀ ਰੁਟੀਨ ਦੀ ਤਰ੍ਹਾਂ ਬੱਚਿਆਂ ਨੂੰ ਪੜ੍ਹਾ ਰਹੀ ਸੀ। ਉਸੇ ਵਕਤ ਮੇਰੇ ਫ਼ੋਨ 'ਤੇ ਕਾਲ ਆਉਣ ਲੱਗੀ। ਮੈਂ ਬਿਜੀ ਅੰਦਾਜ਼ ਵਿੱਚ ਫ਼ੋਨ ਨੂੰ ਚੁੱਕ ਕੇ ਕੰਨ ਨਾਲ ਲਗਾਇਆ। ਨਾਲ ਦੀ ਨਾਲ ਬਲੈਕਬੋਰਡ 'ਤੇ ਲਿਖਦੀ ਰਹੀ। ਮੇਰੀ ਭੈਣ ਦੀ ਕਾਲ ਸੀ। ਉਸਨੇ ਮੈਨੂੰ ਦੱਸਿਆ ਕਿ ਘਰ ਵਿੱਚ ਮੇਰੇ ਸਸੁਰਾਲ ਵਾਲੇ ਆਏ ਹੋਏ ਹਨ। ਉਸਨੇ ਮੈਨੂੰ ਛੇਤੀ ਘਰ ਆਉਣ ਲਈ ਕਿਹਾ। ਮੈਂ ਕਿਹਾ ਠੀਕ ਹੈ। ਇਹ ਕਹਿ ਕੇ ਮੈਂ ਫ਼ੋਨ ਕੱਟ ਦਿੱਤਾ ਅਤੇ ਜਲਦੀ ਆਪਣਾ ਕੰਮ ਨਿਪਟਾਉਣ ਲੱਗੀ। ਜਲਦੀ ਕਰਨ ਦੇ ਬਾਵਜੂਦ ਵੀ ਮੈਨੂੰ ਹਾਫ ਡੇ ਲੀਵ ਲੈਂਦੇ ਹੋਏ ਅੱਧਾ ਘੰਟਾ ਲੱਗ ਗਿਆ। ਸੜਕ 'ਤੇ ਪਹੁੰਚਦੇ ਹੀ ਮੈਂ ਜਲਦੀ ਨਾਲ ਆਟੋ ਫੜਿਆ ਅਤੇ ਘਰ ਦਾ ਐਡਰੈਸ ਦੱਸ ਕੇ ਚੱਲਣ ਨੂੰ ਕਿਹਾ ਅਤੇ ਖੁਦ ਆਪਣੇ ਮੰਗੇਤਰ ਨੂੰ ਫ਼ੋਨ ਕਰਨ ਲੱਗੀ। ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਨੂੰ ਮਾਯੂਸੀ ਹੀ ਹੋਈ। ਪਤਾ ਨਹੀਂ ਮੇਰਾ ਮੰਗੇਤਰ ਇਸ ਤਰ੍ਹਾਂ ਕਿਉਂ ਕਰਦਾ ਸੀ। ਉਹ ਸੱਚਮੁੱਚ ਹੀ ਬਿਜੀ ਹੁੰਦਾ ਸੀ ਜਾਂ ਫਿਰ ਜਾਣ ਬੁੱਝ ਕੇ ਮੇਰਾ ਫ਼ੋਨ ਨਹੀਂ ਚੁੱਕਦਾ ਸੀ। 3-4 ਵਾਰ ਟਰਾਈ ਕਰਨ ਤੋਂ ਬਾਅਦ ਮੈਂ ਫ਼ੋਨ ਬੰਦ ਕਰਕੇ ਆਪਣੇ ਪਰਸ ਵਿੱਚ ਪਾ ਲਿਆ। ਕੁਝ ਹੀ ਦੇਰ ਬਾਅਦ ਮੈਂ ਆਪਣੇ ਘਰ ਪਹੁੰਚ ਗਈ ਸੀ। ਮੈਂ ਖੁਸ਼ੀ-ਖੁਸ਼ੀ ਡਰਾਇੰਗ ਰੂਮ ਵਿੱਚ ਦਾਖਲ ਹੋਈ, ਪਰ ਅਗਲੇ ਹੀ ਪਲ ਮੇਰੀ ਸਾਰੀ ਖੁਸ਼ੀ ਉੱਡ ਗਈ। ਹੁਣ ਖੁਸ਼ੀ ਦੀ ਜਗ੍ਹਾ ਮਾਯੂਸੀ ਨੇ ਲੈ ਲਈ ਸੀ। ਝੂਠੀ ਮੁਸਕਰਾਉਂਦੇ ਹੋਏ ਤੇ ਨਮਸਤੇ ਕਰਦੇ ਹੋਏ ਅੰਦਰ ਗਈ। ਫੇਕ ਮੁਸਕਰਾਹਟ ਦੇ ਨਾਲ ਜਾ ਕੇ ਆਪਣੀ ਸੱਸ ਦੇ ਕੋਲ ਬੈਠ ਗਈ। ਮੇਰਾ ਮੰਗੇਤਰ ਅੱਜ ਵੀ ਨਹੀਂ ਆਇਆ ਸੀ। ਪਤਾ ਨਹੀਂ ਉਸ ਨੂੰ ਤੰਗ ਕਰਕੇ ਕੀ ਮਿਲਦਾ ਸੀ। ਉਸ ਦਾ ਇਹ ਬਿਨਾਂ ਵਜ੍ਹਾ ਤੋਂ ਐਟੀਟਿਊਡ ਮੇਰੀ ਸਮਝ ਤੋਂ ਬਾਹਰ ਸੀ। ਨਾ ਤਾਂ ਕਦੇ ਉਹ ਫ਼ੋਨ 'ਤੇ ਗੱਲ ਕਰਦਾ ਸੀ ਤੇ ਨਾ ਹੀ ਕਦੇ ਮਿਲਣ ਆਉਂਦਾ ਸੀ। ਕੁੜੀ ਹੋਣ ਦੇ ਬਾਵਜੂਦ ਵੀ ਮੈਂ ਉਸ ਨੂੰ ਆਪਣੀ ਤਰਫ ਤੋਂ ਕਈ ਵਾਰ ਬੁਲਾ ਚੁੱਕੀ ਸੀ, ਪਰ ਉਹ ਸੀ ਕਿ ਉਸ ਨੂੰ ਕੋਈ ਪਰਵਾਹ ਹੀ ਨਹੀਂ ਸੀ। ਇੱਕ ਪਾਸੇ ਤਾਂ ਉਸ ਦੀ ਮਾਂ ਤੇ ਭੈਣ ਕਹਿੰਦੀ ਸੀ ਕਿ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ, ਪਰ ਮੈਨੂੰ ਤਾਂ ਅੱਜ ਤੱਕ ਅਜਿਹੀ ਕੋਈ ਗੱਲ ਨਜ਼ਰ ਨਹੀਂ ਆਈ ਸੀ ਜਿਸ ਨਾਲ ਕਿ ਮੈਂ ਮੰਨ ਲੈਂਦੀ ਕਿ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ। ਮੈਂ ਇਹ ਸੋਚ ਕੇ ਆਪਣੇ ਦਿਲ ਨੂੰ ਤਸੱਲੀ ਦੇ ਦਿੰਦੀ ਕਿ ਹੋ ਸਕਦਾ ਹੈ ਕਿ ਉਹ ਵਿਆਹ ਤੋਂ ਬਾਅਦ ਵਾਲੇ ਪਿਆਰ ਨੂੰ ਅਹਿਮੀਅਤ ਦਿੰਦਾ ਹੋਵੇ, ਤੇ ਅੱਜ ਵੀ ਮੈਂ ਇਹੀ ਸੋਚ ਕੇ ਆਪਣੇ ਆਪ ਨੂੰ ਤਸੱਲੀ ਦਿੱਤੀ ਸੀ। ਮੇਰੇ ਸਸੁਰਾਲ ਵਾਲੇ ਮੇਰੀ ਮੰਮੀ ਤੋਂ ਵਿਆਹ ਦੀ ਤਾਰੀਖ ਲੈਣ ਆਏ ਸਨ। ਇਹ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਸੀ। ਮੈਂ ਵੀ ਵਿਆਹ ਕਰਵਾ ਕੇ ਜਲਦੀ ਤੋਂ ਜਲਦੀ ਆਪਣੇ ਘਰ ਜਾਣਾ ਚਾਹੁੰਦੀ ਸੀ, ਪਰ ਮੰਮੀ ਦੇ ਜਵਾਬ ਨੇ ਮੇਰੇ ਸਾਰੇ ਅਰਮਾਨਾਂ 'ਤੇ ਪਾਣੀ ਫੇਰ ਦਿੱਤਾ ਸੀ। ਮੰਮੀ ਨੇ ਉਹਨਾਂ ਨੂੰ ਕਿਹਾ ਕਿ ਅਜੇ ਸਾਡੀਆਂ ਵਿਆਹ ਦੀਆਂ ਤਿਆਰੀਆਂ ਪੂਰੀਆਂ ਨਹੀਂ ਹੋਈਆਂ, ਇਸੇ ਲਈ ਅਜੇ ਕੋਈ ਤਾਰੀਖ ਨਹੀਂ ਦੇ ਸਕਦੇ। ਜਦ ਤਿਆਰੀਆਂ ਪੂਰੀਆਂ ਹੋ ਜਾਣਗੀਆਂ ਤਾਂ ਤੁਹਾਨੂੰ ਦੱਸ ਦੇਵਾਂਗੇ। ਮੇਰੀ ਸੱਸ ਨੇ ਜਿੱਦ ਕੀਤੀ ਸੀ, ਪਰ ਮੇਰੀ ਨਣਦ ਮੇਰੀ ਸੱਸ ਨੂੰ ਸਮਝਾਉਣ ਲੱਗੀ ਕਿ ਆਂਟੀ ਠੀਕ ਕਹਿ ਰਹੇ ਹਨ, ਸਾਨੂੰ ਥੋੜ੍ਹਾ ਜਿਹਾ ਸਬਰ ਕਰ ਲੈਣਾ ਚਾਹੀਦਾ ਹੈ। ਤੁਹਾਨੂੰ ਪਤਾ ਤਾਂ ਹੈ ਕਿ ਤਿਆਰੀਆਂ ਵਿੱਚ ਟਾਈਮ ਤਾਂ ਲੱਗ ਹੀ ਜਾਂਦਾ ਹੈ, ਤੇ ਇਹਨਾਂ ਦੇ ਘਰ ਵਿੱਚ ਤਾਂ ਕੋਈ ਮਰਦ ਵੀ ਨਹੀਂ ਹੈ। ਇਹਨਾਂ ਨੇ ਸਾਰੀਆਂ ਤਿਆਰੀਆਂ ਖੁਦ ਹੀ ਕਰਨੀਆਂ ਹਨ, ਇਸ ਲਈ ਇਹਨਾਂ ਨੂੰ ਸਮਾਂ ਦੇਣਾ ਚਾਹੀਦਾ ਹੈ। ਨਣਦ ਦੀਆਂ ਗੱਲਾਂ ਸੁਣ ਕੇ ਮੈਨੂੰ ਤਸੱਲੀ ਹੋਈ ਸੀ ਕਿ ਨਣਦ ਸਮਝਦਾਰ ਹੈ। ਫਿਰ ਚਾਹ ਪਾਣੀ ਪੀਣ ਤੋਂ ਬਾਅਦ ਉਹ ਵਾਪਸ ਚਲੇ ਗਏ। ਉਹਨਾਂ ਦੇ ਜਾਣ ਤੋਂ ਬਾਅਦ ਮੇਰੀ ਮਾਂ ਨੇ ਮੇਰੇ ਅੱਗੇ ਹੱਥ ਜੋੜ ਦਿੱਤੇ ਸਨ ਤੇ ਕਹਿਣ ਲੱਗੀ ਕਿ ਮੈਨੂੰ ਮਾਫ਼ ਕਰ ਦੇ, ਮੈਂ ਮਜਬੂਰ ਹਾਂ। ਤੇਰੇ ਸਿਵਾਏ ਇਸ ਘਰ ਵਿੱਚ ਹੋਰ ਕੋਈ ਨਹੀਂ ਹੈ ਕਮਾਉਣ ਵਾਲਾ। ਜੇ ਤੇਰਾ ਵਿਆਹ ਜਲਦੀ ਕਰ ਦੇਵਾਂਗੇ ਤਾਂ ਇਸ ਘਰ ਨੂੰ ਕੌਣ ਚਲਾਵੇਗਾ? ਪਲੀਜ਼ ਮੇਰੀ ਮਜਬੂਰੀ ਨੂੰ ਸਮਝਣ ਦੀ ਕੋਸ਼ਿਸ਼ ਕਰ। ਮੈਂ ਮੰਮੀ ਦੀਆਂ ਗੱਲਾਂ ਸੁਣ ਕੇ ਉਹਨਾਂ ਦੇ ਗਲੇ ਲੱਗ ਗਈ। ਠੀਕ ਹੀ ਤਾਂ ਕਹਿ ਰਹੇ ਸੀ ਉਹ ਕਿ ਜੇ 1 ਸਾਲ ਹੋਰ ਇੰਤਜ਼ਾਰ ਕਰ ਲੈਂਦੇ ਤਾਂ ਮੇਰੀ ਭੈਣ ਦਾ ਗ੍ਰੈਜੂਏਸ਼ਨ ਹੋ ਜਾਣਾ ਸੀ। ਉਸ ਤੋਂ ਬਾਅਦ ਮੈਂ ਉਸ ਨੂੰ ਆਪਣੇ ਨਾਲ ਹੀ ਟੀਚਰ ਦੀ ਜੌਬ 'ਤੇ ਲਗਵਾ ਲੈਣਾ ਸੀ। ਮੈਂ ਵੀ 5 ਸਾਲਾਂ ਤੋਂ ਇਸ ਸਕੂਲ ਵਿੱਚ ਜੌਬ ਕਰ ਰਹੀ ਸੀ। ਖੈਰ, ਮੈਂ ਮੰਮੀ ਨੂੰ ਤਸੱਲੀ ਦਿੱਤੀ ਤੇ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਮੰਮੀ, ਮੈਂ ਇੰਤਜ਼ਾਰ ਕਰ ਲਵਾਂਗੀ। ਵੈਸੇ ਵੀ ਮੇਰੀ ਕਿਹੜਾ ਉਮਰ ਨਿਕਲੀ ਜਾ ਰਹੀ ਹੈ, ਅਜੇ ਮੈਂ ਸਿਰਫ 23 ਸਾਲ ਦੀ ਹੀ ਤਾਂ ਹੋਈ ਹਾਂ। 1 ਸਾਲ ਇੰਤਜ਼ਾਰ ਕਰਨ ਨਾਲ ਮੈਂ ਕਿਹੜਾ ਬੁੱਢੀ ਹੋ ਜਾਣਾ ਹੈ। ਫਿਰ ਮੈਂ ਆਪਣੇ ਕਮਰੇ ਵਿੱਚ ਆ ਗਈ। ਜਿਵੇਂ ਹੀ ਦਰਵਾਜ਼ਾ ਖੋਲ੍ਹ ਕੇ ਅੰਦਰ ਗਈ ਤਾਂ ਮੇਰੀ ਭੈਣ ਇੱਕਦਮ ਡਰ ਗਈ ਸੀ। ਮੈਂ ਹੈਰਾਨੀ ਨਾਲ ਉਸ ਨੂੰ ਦੇਖਿਆ। ਉਸ ਨੂੰ ਅੱਜ ਕੱਲ੍ਹ ਬਹੁਤ ਜ਼ਿਆਦਾ ਦੌਰੇ ਪੈ ਰਹੇ ਸਨ। ਬੈਠੇ ਬੈਠੇ ਹੀ ਚੌਂਕ ਜਾਂਦੀ ਸੀ ਤੇ ਅਕਸਰ ਹੀ ਘਬਰਾਈ ਹੋਈ ਰਹਿੰਦੀ ਸੀ। ਮੈਂ ਕਈ ਦਿਨਾਂ ਤੋਂ ਉਸ ਦਾ ਇਹ ਵਿਵਹਾਰ ਨੋਟ ਕਰ ਰਹੀ ਸੀ। ਮੈਂ ਉਸ ਤੋਂ ਉਸ ਦੇ ਡਰਨ ਦੀ ਵਜ੍ਹਾ ਪੁੱਛਣੀ ਚਾਹੁੰਦੀ ਸੀ। ਜਦ ਮੈਂ ਉਸ ਨੂੰ ਇਸ ਬਾਰੇ ਪੁੱਛਿਆ ਤਾਂ ਉਸ ਦੇ ਚਿਹਰੇ ਦਾ ਰੰਗ ਉੱਡ ਗਿਆ। ਉਸ ਨੇ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਸੰਭਾਲਿਆ ਸੀ। ਉਹ ਕਹਿਣ ਲੱਗੀ ਕਿ ਦੀਦੀ, ਮੈਂ ਡਰਾਵਣੀ ਕਹਾਣੀ ਪੜ੍ਹ ਰਹੀ ਸੀ, ਇਸ ਲਈ ਡਰ ਗਈ। ਉਸ ਦੀਆਂ ਅੱਖਾਂ ਤੇ ਉਸ ਦੀ ਜ਼ੁਬਾਨ ਉਸ ਦਾ ਬਿਲਕੁਲ ਵੀ ਸਾਥ ਨਹੀਂ ਦੇ ਰਹੇ ਸੀ। ਜ਼ਰੂਰ ਉਹ ਮੇਰੇ ਤੋਂ ਕੋਈ ਨਾ ਕੋਈ ਗੱਲ ਛੁਪਾ ਰਹੀ ਸੀ, ਪਰ ਉਸ ਵਕਤ ਮੈਂ ਬਹੁਤ ਥੱਕੀ ਹੋਈ ਸੀ, ਇਸ ਲਈ ਮੈਂ ਉਸ ਨੂੰ ਹੋਰ ਕੁਝ ਵੀ ਨਹੀਂ ਪੁੱਛਿਆ ਤੇ ਫਰੈਸ਼ ਹੋਣ ਲਈ ਬਾਥਰੂਮ ਵਿੱਚ ਚਲੀ ਗਈ। ਦਿਨ ਗੁਜ਼ਰਦੇ ਜਾ ਰਹੇ ਸੀ। ਇੱਕ ਦਿਨ ਮੈਂ ਸਕੂਲ ਦੇ ਸਟਾਫ ਰੂਮ ਵਿੱਚ ਬੈਠੀ ਬੱਚਿਆਂ ਦੀ ਕਾਪੀ ਚੈੱਕ ਕਰ ਰਹੀ ਸੀ। ਮੈਂ ਸਾਰੇ ਬੱਚਿਆਂ ਦੀ ਕਾਪੀ ਅੱਜ ਹੀ ਪੂਰੀ ਚੈੱਕ ਕਰਨੀ ਸੀ।
ਮੈਂ ਆਪਣਾ ਫ਼ੋਨ ਸਾਇਲੈਂਟ ਕੀਤਾ ਹੋਇਆ ਸੀ। 2-3 ਘੰਟਿਆਂ ਤੋਂ ਬਾਅਦ ਜਦੋਂ ਕਾਪੀਆਂ ਚੈੱਕ ਹੋ ਗਈਆਂ ਤਾਂ ਮੈਂ ਸਟਾਫ ਰੂਮ ਤੋਂ ਬਾਹਰ ਆਈ ਤਾਂ ਰਿਸੈਪਸ਼ਨਿਸਟ ਨੇ ਮੈਨੂੰ ਦੱਸਿਆ ਕਿ ਤੁਹਾਡੀ ਮੰਮੀ ਦੀ 2-3 ਵਾਰ ਕਾਲ ਆਈ ਸੀ ਤੇ ਉਹ ਬਹੁਤ ਰੋ ਵੀ ਰਹੀ ਸੀ। ਤੁਸੀਂ ਨੇ ਡਿਸਟਰਬ ਕਰਨ ਤੋਂ ਮਨਾ ਕੀਤਾ ਸੀ, ਇਸੇ ਲਈ ਨਹੀਂ ਦੱਸਿਆ। ਉਸ ਦੀਆਂ ਗੱਲਾਂ ਸੁਣ ਕੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਸੀ। ਮੈਂ ਤੁਰੰਤ ਹੀ ਆਪਣੇ ਪਰਸ ਵਿੱਚੋਂ ਫ਼ੋਨ ਕੱਢਿਆ ਤੇ ਦੇਖਿਆ ਕਿ ਮੰਮੀ ਦੇ ਬਹੁਤ ਸਾਰੇ ਫ਼ੋਨ ਆਏ ਹੋਏ ਸਨ। ਮੈਂ ਤੁਰੰਤ ਮੰਮੀ ਨੂੰ ਫ਼ੋਨ ਮਿਲਾਇਆ। ਮੰਮੀ ਨੇ ਪਹਿਲੀ ਵੈਲ 'ਤੇ ਹੀ ਫ਼ੋਨ ਚੁੱਕ ਲਿਆ। ਮੰਮੀ ਬਹੁਤ ਜ਼ਿਆਦਾ ਰੋ ਰਹੀ ਸੀ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ। ਮੈਂ ਮੰਮੀ ਨੂੰ ਪੁੱਛਿਆ ਕਿ ਕੀ ਹੋਇਆ। ਮੰਮੀ ਨੇ ਮੈਨੂੰ ਰੋਂਦੇ ਹੋਏ ਘਰ ਆਉਣ ਲਈ ਕਿਹਾ। ਮੈਂ ਛੁੱਟੀ ਲੈਣ ਲਈ ਗਈ ਤਾਂ ਮੈਨੂੰ ਛੁੱਟੀ ਨਹੀਂ ਮਿਲੀ ਕਿਉਂਕਿ ਬੱਚਿਆਂ ਦੇ ਪੇਪਰ ਚੱਲ ਰਹੇ ਸਨ। ਹੁਣ ਮੈਨੂੰ ਦੁਪਹਿਰ ਤੱਕ ਦਾ ਇੰਤਜ਼ਾਰ ਕਰਨਾ ਸੀ। ਮੇਰਾ ਧਿਆਨ ਮੰਮੀ ਵੱਲ ਹੀ ਸੀ। ਵਕਤ ਸੀ ਕਿ ਗੁਜ਼ਰਨ ਦਾ ਨਾਮ ਹੀ ਨਹੀਂ ਲੈ ਰਿਹਾ ਸੀ। ਜਿਵੇਂ ਹੀ ਛੁੱਟੀ ਹੋਈ ਮੈਂ ਜਲਦੀ ਨਾਲ ਘਰ ਪਹੁੰਚੀ। ਮੇਰੀ ਭੈਣ ਦੇ ਕਮਰੇ ਵਿੱਚ ਉਸਦੇ ਚੀਖਣ ਦੀ ਆਵਾਜ਼ ਆ ਰਹੀ ਸੀ। ਮੇਰਾ ਦਿਲ ਦਹਿਲ ਗਿਆ ਸੀ। ਮੈਂ ਜਲਦੀ ਨਾਲ ਉਸਦੇ ਕਮਰੇ ਵਿੱਚ ਗਈ। ਸਾਹਮਣੇ ਦਾ ਦ੍ਰਿਸ਼ ਦੇਖ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਮੇਰੀ ਮੰਮੀ ਮੇਰੀ ਭੈਣ ਨੂੰ ਬਹੁਤ ਕੁੱਟ ਰਹੀ ਸੀ। ਮੈਂ ਜਲਦੀ ਨਾਲ ਜਾ ਕੇ ਆਪਣੀ ਭੈਣ ਨੂੰ ਮੰਮੀ ਤੋਂ ਛੁਡਵਾਇਆ। ਮੈਂ ਮੰਮੀ ਨੂੰ ਪੁੱਛਿਆ ਕਿ ਇਹ ਸਭ ਕੀ ਹੈ ਤਾਂ ਮੰਮੀ ਕਹਿਣ ਲੱਗੀ ਕਿ ਇਸੇ ਨੂੰ ਹੀ ਪੁੱਛ। ਇਹ ਇੰਨੀ ਛੋਟੀ ਉਮਰ ਵਿੱਚ ਹੀ ਆਪਣਾ ਮੂੰਹ ਕਾਲਾ ਕਰਵਾ ਕੇ ਆਈ ਹੈ, ਕਿਤੇ ਮੂੰਹ ਦਿਖਾਉਣ ਦੇ ਲਾਇਕ ਨਹੀਂ ਛੱਡਿਆ। ਮੈਂ ਲੋਕਾਂ ਦੇ ਸਵਾਲਾਂ ਦੇ ਕੀ ਜਵਾਬ ਦੇਵਾਂਗੀ। ਮੰਮੀ ਦੀਆਂ ਗੱਲਾਂ ਸੁਣ ਕੇ ਮੇਰੇ ਹੋਸ਼ ਉੱਡ ਗਏ। ਮੈਂ ਆਪਣੀ ਭੈਣ ਵੱਲ ਦੇਖ ਰਹੀ ਸੀ, ਜਿਹੜੀ ਕਿ ਰੋਂਦੇ ਹੋਏ ਨਾਂਹ ਵਿੱਚ ਸਿਰ ਹਿਲਾ ਰਹੀ ਸੀ। ਉਹ ਕਹਿ ਰਹੀ ਸੀ ਕਿ ਮੈਂ ਬੁਰੀ ਨਹੀਂ ਹਾਂ, ਮੈਂ ਗਲਤ ਨਹੀਂ ਹਾਂ, ਮੈਂ ਪਵਿੱਤਰ ਹਾਂ। ਮੰਮੀ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ। ਮੇਰੀ ਭੈਣ ਦੀ ਹਾਲਤ ਵੀ ਬਹੁਤ ਖਰਾਬ ਸੀ। ਮੈਂ ਤਾਂ ਹੈਰਾਨੀ ਨਾਲ ਆਪਣੀ ਭੈਣ ਨੂੰ ਦੇਖੀ ਜਾ ਰਹੀ ਸੀ। ਮੈਨੂੰ ਆਪਣੇ ਕੰਨਾਂ 'ਤੇ ਯਕੀਨ ਨਹੀਂ ਹੋ ਰਿਹਾ ਸੀ। ਮੇਰਾ ਨਾਮ ਦੀਪਿਕਾ ਹੈ। ਮੇਰੀ ਉਮਰ 27 ਸਾਲ ਹੈ। ਇੱਕ ਛੋਟੇ ਜਿਹੇ ਸ਼ਹਿਰ ਵਿੱਚ ਰਹਿ ਰਹੀ ਹਾਂ। ਪਿਛਲੇ 4 ਸਾਲ ਤੋਂ ਮੈਂ ਇਕੱਲੀ ਹੀ ਰਹਿ ਰਹੀ ਹਾਂ। ਕਦੇ ਮੇਰੀ ਵੀ ਫੈਮਿਲੀ ਹੁੰਦੀ ਸੀ ਜਿਸ 'ਤੇ ਮੈਂ ਆਪਣੀ ਜਾਨ ਛਿੜਕਦੀ ਸੀ, ਪਰ ਮੇਰੀ ਇੱਕ ਲਾਪਰਵਾਹੀ ਦੇ ਕਾਰਨ ਮੈਂ ਆਪਣੀ ਫੈਮਿਲੀ ਨੂੰ ਖੋ ਚੁੱਕੀ ਸੀ। ਕਦੇ-ਕਦੇ ਹਾਲਾਤ ਇੰਨੇ ਸਖਤ ਹੋ ਜਾਂਦੇ ਹਨ ਜਿਹੜੇ ਕਿ ਆਪਣੇ ਵੱਸ ਵਿੱਚ ਨਹੀਂ ਹੁੰਦੇ। ਜੇ ਤੁਸੀਂ ਕੋਈ ਚੀਜ਼ ਸਹੀ ਵੀ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਤੋਂ ਗਲਤ ਹੀ ਹੋ ਜਾਂਦੀ ਹੈ। ਅਜਿਹੇ ਵਕਤ ਹਾਲਾਤ ਤੁਹਾਡੇ ਖਿਲਾਫ ਹੀ ਹੋ ਜਾਂਦੇ ਹਨ ਤੇ ਅਜਿਹੇ ਸਮੇਂ ਵਿੱਚ ਆਪਣਿਆਂ ਦੀ ਬਹੁਤ ਜ਼ਰੂਰਤ ਹੁੰਦੀ ਹੈ। ਪਰ ਜੇ ਅਜਿਹੇ ਹਾਲਾਤਾਂ ਵਿੱਚ ਆਪਣੇ ਹੀ ਸਾਥ ਛੱਡ ਜਾਣ ਤਾਂ ਕੋਈ ਗਿਲਾ ਨਹੀਂ ਕੀਤਾ ਜਾ ਸਕਦਾ। ਮੇਰੀ ਕਹਾਣੀ ਵੀ ਕੁਝ ਅਜਿਹੀ ਹੀ ਹੈ। ਮੈਂ 5 ਸਾਲ ਦੀ ਸੀ ਜਦੋਂ ਮੇਰੇ ਮੰਮੀ ਪਾਪਾ ਅਲੱਗ ਹੋ ਗਏ। ਮੰਮੀ ਕਿਸੇ ਹੋਰ ਨੂੰ ਪਸੰਦ ਕਰਦੀ ਸੀ, ਜਦਕਿ ਮੇਰੇ ਨਾਨੇ ਨੇ ਜ਼ਬਰਦਸਤੀ ਮੇਰੀ ਮੰਮੀ ਦਾ ਵਿਆਹ ਮੇਰੇ ਪਾਪਾ ਨਾਲ ਕਰਵਾ ਦਿੱਤਾ ਸੀ। ਸਭ ਦਾ ਇਹੀ ਖਿਆਲ ਸੀ ਕਿ ਮੰਮੀ ਵਿਆਹ ਤੋਂ ਬਾਅਦ ਸਭ ਕੁਝ ਭੁੱਲ ਜਾਵੇਗੀ, ਪਰ ਮੰਮੀ ਕੁਝ ਵੀ ਨਹੀਂ ਭੁੱਲੀ, ਬਲਕਿ ਚੋਰੀ ਛੁਪੇ ਉਹ ਉਸ ਨੂੰ ਮਿਲਦੀ ਰਹਿੰਦੀ ਸੀ। ਮੇਰੇ ਪੈਦਾ ਹੋਣ ਦਾ ਵੀ ਮੰਮੀ ਨੂੰ ਕੋਈ ਅਸਰ ਨਹੀਂ ਹੋਇਆ ਸੀ। ਮੇਰੇ ਪੈਦਾ ਹੋਣ ਦੇ ਬਾਅਦ ਵੀ ਉਹ ਮੇਰੀ ਦੇਖਭਾਲ ਨਹੀਂ ਕਰਦੀ ਸੀ। ਬਸ ਮੈਨੂੰ ਇੱਕ ਜਗ੍ਹਾ ਛੱਡ ਕੇ ਇੱਧਰ ਉੱਧਰ ਲੱਗੀ ਰਹਿੰਦੀ ਸੀ। ਉਹਨਾਂ ਨੂੰ ਮੇਰੇ ਰੋਣ ਜਾਂ ਹੱਸਣ ਦੀ ਕੋਈ ਪਰਵਾਹ ਨਹੀਂ ਸੀ। ਉਹ ਤਾਂ ਸ਼ੁਕਰ ਹੈ ਕਿ ਮੇਰੀ ਚਾਚੀ ਬਹੁਤ ਚੰਗੀ ਸੀ, ਜਿਹੜੀ ਕਿ ਮੈਨੂੰ 1 ਮਿੰਟ ਵੀ ਰੋਣ ਨੂੰ ਬਰਦਾਸ਼ਤ ਨਹੀਂ ਕਰਦੀ ਸੀ। ਮੇਰੀ ਚਾਚੀ ਇੱਕ ਮਾਂ ਦੀ ਤਰ੍ਹਾਂ ਮੇਰਾ ਖਿਆਲ ਰੱਖਦੀ ਸੀ। ਪਾਪਾ ਮੰਮੀ ਦੀਆਂ ਸਾਰੀਆਂ ਹਰਕਤਾਂ ਨੂੰ ਜਾਣਦੇ ਸਨ। ਉਹਨਾਂ ਨੇ ਮੰਮੀ ਨੂੰ ਸਮਝਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ, ਪਰ ਮੰਮੀ ਨੇ ਪਾਪਾ ਨਾਲ ਰਹਿਣਾ ਹੀ ਨਹੀਂ ਸੀ। ਉਹ ਤਾਂ ਬਸ ਮੌਕਾ ਲੱਭ ਰਹੀ ਸੀ। ਇੱਕ ਦਿਨ ਉਸ ਨੂੰ ਮੌਕਾ ਮਿਲ ਗਿਆ। ਉਸ ਰਾਤ ਪਾਪਾ ਕਿਸੇ ਜ਼ਰੂਰੀ ਕੰਮ ਵਿੱਚ ਫਸ ਗਏ ਸਨ ਤੇ ਥੋੜੀ ਦੇਰ ਨਾਲ ਘਰ ਵਾਪਸ ਆਏ ਸਨ। ਮੰਮੀ ਪਾਪਾ ਦੇ ਸਾਹਮਣੇ ਖੜੀ ਹੋ ਗਈ ਤੇ ਚਿਲਾ ਕੇ ਪਾਪਾ 'ਤੇ ਇਲਜ਼ਾਮ ਲਗਾਉਣ ਲੱਗੀ। ਪਾਪਾ ਨੇ ਖੁਦ 'ਤੇ ਬਹੁਤ ਕੰਟਰੋਲ ਕੀਤਾ, ਪਰ ਸ਼ਾਇਦ ਹੁਣ ਸਮਾਂ ਖਤਮ ਹੋ ਚੁੱਕਿਆ ਸੀ। ਪਾਪਾ ਦੇ ਬਰਦਾਸ਼ਤ ਤੋਂ ਬਾਹਰ ਹੋ ਗਿਆ ਸੀ। ਫਿਰ ਪਾਪਾ ਨੇ ਮੰਮੀ ਨੂੰ ਤਲਾਕ ਦੇ ਦਿੱਤਾ। ਮੰਮੀ ਤਾਂ ਜਿਵੇਂ ਪਹਿਲਾਂ ਹੀ ਤਿਆਰ ਖੜੀ ਸੀ। ਉਸਨੇ ਇੱਕਦਮ ਆਪਣਾ ਸਮਾਨ ਪੈਕ ਕੀਤਾ ਤੇ ਘਰ ਤੋਂ ਚਲੀ ਗਈ। ਉਹਨਾਂ ਦੇ ਇਸ ਫੈਸਲੇ ਨਾਲ ਉਹ ਦੋਨੇ ਤਾਂ ਬਹੁਤ ਸਕੂਨ ਵਿੱਚ ਆ ਗਏ ਸਨ, ਪਰ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਇਸ ਦਾ ਮੇਰੇ 'ਤੇ ਕੀ ਅਸਰ ਹੋਵੇਗਾ। ਮੇਰੀ ਸਾਰੀ ਜ਼ਿੰਮੇਵਾਰੀ ਚਾਚੀ 'ਤੇ ਆ ਗਈ ਸੀ, ਜਿਸ ਦੀ ਵਜ੍ਹਾ ਨਾਲ ਚਾਚੀ ਦੀ ਆਪਣੀ ਜ਼ਿੰਦਗੀ ਡਿਸਟਰਬ ਹੋ ਗਈ ਸੀ। 2 ਸਾਲ ਬਾਅਦ ਪਾਪਾ ਨੇ ਇੱਕ ਤਲਾਕਸ਼ੁਦਾ ਔਰਤ ਨਾਲ ਦੂਜਾ ਵਿਆਹ ਕਰਵਾ ਲਿਆ। ਉਸ ਔਰਤ ਦੇ ਪਤੀ ਨੇ ਵਿਆਹ ਤੋਂ 6-7 ਮਹੀਨੇ ਬਾਅਦ ਹੀ ਉਸ ਨੂੰ ਤਲਾਕ ਦੇ ਦਿੱਤਾ ਸੀ। ਸ਼ੁਰੂ ਵਿੱਚ ਮੈਨੂੰ ਉਹਨਾਂ ਕੋਲ ਜਾਣ 'ਤੇ ਬਹੁਤ ਡਰ ਲੱਗਦਾ ਸੀ, ਕਿਉਂਕਿ ਮੈਂ ਸਟੈਪ ਮਦਰ ਦੇ ਬਾਰੇ ਜੋ ਸੁਣਿਆ ਸੀ ਉਹ ਚੰਗਾ ਨਹੀਂ ਸੀ, ਕਿਉਂਕਿ ਉਹ ਔਰਤ ਬਹੁਤ ਸਮਝਦਾਰ ਤੇ ਸੁਲਝੀ ਹੋਈ ਸੀ। ਕੁਝ ਹੀ ਦਿਨਾਂ ਵਿੱਚ ਉਸਨੇ ਮੇਰੇ ਦਿਲ ਵਿੱਚ ਆਪਣੀ ਜਗ੍ਹਾ ਬਣਾ ਲਈ ਸੀ। ਫਿਰ ਮੈਂ ਉਸ ਨੂੰ ਮੰਮੀ ਕਹਿਣ ਲੱਗੀ ਸੀ। ਮੇਰੀ ਤੇ ਉਸ ਦੀ ਬਹੁਤ ਚੰਗੀ ਬੌਂਡਿੰਗ ਹੋ ਗਈ ਸੀ।
ਮੇਰੇ ਚਾਚਾ ਸ਼ਹਿਰ ਵਿੱਚ ਰਹਿੰਦੇ ਸੀ, ਇਸ ਲਈ ਉਹਨਾਂ ਨੇ ਚਾਚੀ ਤੇ ਬੱਚਿਆਂ ਨੂੰ ਵੀ ਉੱਥੇ ਹੀ ਬੁਲਾ ਲਿਆ ਸੀ। ਹੁਣ ਘਰ ਵਿੱਚ ਮੈਂ, ਮੰਮੀ ਤੇ ਪਾਪਾ ਹੀ ਰਹਿੰਦੇ ਸੀ। ਅਗਲੇ ਸਾਲ ਹੀ ਮੇਰੀ ਛੋਟੀ ਭੈਣ ਹੋਈ ਸੀ। ਉਸ ਦੇ ਆਉਣ ਨਾਲ ਜਿਵੇਂ ਘਰ ਵਿੱਚ ਰੌਣਕ ਆ ਗਈ ਹੋਵੇ। ਸਾਡੀ ਜ਼ਿੰਦਗੀ ਹੱਸੀ ਖੁਸ਼ੀ ਗੁਜ਼ਰ ਰਹੀ ਸੀ। ਇੱਕ ਦਿਨ ਸਾਡੇ ਘਰ ਵਿੱਚ ਅਜਿਹਾ ਤੂਫਾਨ ਆਇਆ ਜਿਹੜਾ ਕਿ ਸਾਡੀ ਖੁਸ਼ੀਆਂ ਨੂੰ ਰੋੜ ਕੇ ਲੈ ਗਿਆ। ਉਸ ਵਕਤ ਮੇਰੀ ਛੋਟੀ ਭੈਣ 3 ਸਾਲ ਦੀ ਸੀ ਤੇ ਮੈਂ 11 ਸਾਲ ਦੀ ਸੀ। ਜਦੋਂ ਮੇਰੇ ਪਾਪਾ ਨੂੰ ਹਾਰਟ ਅਟੈਕ ਹੋ ਗਿਆ। ਪਾਪਾ ਮੌਕੇ 'ਤੇ ਹੀ ਮਰ ਗਏ ਸੀ ਤੇ ਸਾਡੀ ਜ਼ਿੰਦਗੀ ਨੂੰ ਵੀਰਾਨ ਕਰ ਗਏ ਸੀ। ਸਭ ਲੋਕ ਮੰਮੀ ਨੂੰ ਮਨਹੂਸ ਕਹਿ ਰਹੇ ਸੀ, ਜਿਹੜੀ ਕਿ ਆਪਣਾ ਪਹਿਲਾ ਵਿਆਹ ਨਹੀਂ ਨਿਭਾ ਸਕੀ ਸੀ ਤੇ ਦੂਜੇ ਵਿਆਹ ਵਿੱਚ ਆਪਣੇ ਪਤੀ ਨੂੰ ਹੀ ਖਾ ਗਈ ਸੀ। ਹੁਣ ਲੋਕਾਂ ਨੇ ਜੀਣਾ ਮੁਸ਼ਕਿਲ ਕਰ ਦਿੱਤਾ ਸੀ। ਮਜਬੂਰੀ ਵਿੱਚ ਆ ਕੇ ਮੰਮੀ ਨੇ ਉਹ ਘਰ ਵੇਚ ਦਿੱਤਾ। ਫਿਰ ਅਸੀਂ ਕਿਸੇ ਹੋਰ ਪਿੰਡ ਵਿੱਚ ਚਲੇ ਗਏ ਸੀ ਤੇ ਉਸ ਘਰ ਦੇ ਪੈਸਿਆਂ ਨਾਲ ਮੰਮੀ ਨੇ ਇੱਕ ਛੋਟਾ ਜਿਹਾ ਘਰ ਖਰੀਦ ਲਿਆ ਸੀ ਤੇ ਬਾਕੀ ਪੈਸੇ ਮੰਮੀ ਨੇ ਸੇਵਿੰਗ ਲਈ ਜਮ੍ਹਾਂ ਕਰਵਾ ਦਿੱਤੇ ਸਨ। ਮੰਮੀ ਨੇ ਮੇਰਾ ਐਡਮਿਸ਼ਨ ਇੱਥੇ ਇੱਕ ਸਕੂਲ ਵਿੱਚ ਕਰਵਾ ਦਿੱਤਾ ਸੀ। ਸੇਵਿੰਗ ਦੇ ਨਾਲ ਸਾਡਾ ਚੰਗਾ ਗੁਜ਼ਾਰਾ ਹੋ ਜਾਂਦਾ ਸੀ। ਸੇਵਿੰਗ ਦੇ ਪੈਸਿਆਂ ਨਾਲ ਸਾਡੇ 8-9 ਸਾਲ ਵਧੀਆ ਲੰਘ ਗਏ ਸਨ ਤੇ ਹੁਣ ਉਹ ਸਾਰੇ ਪੈਸੇ ਵੀ ਖਤਮ ਹੋ ਚੁੱਕੇ ਸਨ। ਹੁਣ ਮੰਮੀ ਸਿਲਾਈ ਕਢਾਈ ਦਾ ਕੰਮ ਕਰਨ ਲੱਗੀ ਸੀ, ਪਰ ਉਸ ਨਾਲ ਘਰ ਦਾ ਖਰਚਾ ਮੁਸ਼ਕਿਲ ਹੋ ਰਿਹਾ ਸੀ। ਸਮਾਂ ਗੁਜ਼ਰਦਾ ਗਿਆ। ਮੈਂ ਗ੍ਰੈਜੂਏਸ਼ਨ ਕਰਕੇ ਇੱਕ ਸਕੂਲ ਵਿੱਚ ਟੀਚਰ ਦੀ ਜੌਬ ਲੱਗ ਗਈ, ਜਦਕਿ ਮੇਰੀ ਭੈਣ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਸੀ। ਮੇਰੀ ਇਹ ਕੋਸ਼ਿਸ਼ ਸੀ ਕਿ ਜਿਵੇਂ ਮੇਰੀ ਮਾਂ ਨੇ ਮੈਨੂੰ ਸਗੀ ਮਾਂ ਤੋਂ ਵੀ ਜ਼ਿਆਦਾ ਪਿਆਰ ਦਿੱਤਾ ਹੈ, ਹੁਣ ਮੇਰਾ ਫਰਜ਼ ਬਣਦਾ ਹੈ ਕਿ ਮੈਂ ਹੁਣ ਆਪਣੀ ਭੈਣ ਨੂੰ ਵਧੀਆ ਪੜ੍ਹਾਈ ਕਰਵਾਵਾਂ ਤੇ ਉਹ ਪੜ੍ਹ ਲਿਖ ਕੇ ਕੁਝ ਬਣ ਸਕੇ। ਉਹਨਾਂ ਨੇ ਮੈਨੂੰ ਨੌਕਰੀ ਕਰਨ ਤੋਂ ਬਹੁਤ ਰੋਕਿਆ, ਪਰ 15,000 ਮਹੀਨਾ ਤਨਖਾਹ ਸੀ। ਇੰਨੀ ਚੰਗੀ ਜੌਬ ਮੈਨੂੰ ਕਿੱਥੇ ਮਿਲਣ ਵਾਲੀ ਸੀ। ਫਿਰ ਵਕਤ ਆਪਣੀ ਰਫ਼ਤਾਰ ਨਾਲ ਚੱਲਦਾ ਗਿਆ। ਜਦ ਮੈਂ 22 ਸਾਲ ਦੀ ਹੋਈ ਤਾਂ ਮੇਰੇ ਲਈ ਇੱਕ ਰਿਸ਼ਤਾ ਆਇਆ। ਛੋਟਾ ਜਿਹਾ ਪਰਿਵਾਰ ਸੀ, ਇੱਕ ਭੈਣ ਤੇ ਇੱਕ ਭਰਾ ਸੀ। ਭੈਣ ਵਿਆਹੀ ਹੋਈ ਸੀ। ਹੁਣ ਘਰ ਵਿੱਚ ਉਸਦੇ ਮਾਤਾ ਪਿਤਾ ਤੇ ਉਹ ਖੁਦ ਸੀ। ਮੰਮੀ ਨੂੰ ਇਹ ਰਿਸ਼ਤਾ ਚੰਗਾ ਲੱਗਿਆ ਤੇ ਸਾਡਾ ਮੰਗਣਾ ਹੋ ਗਿਆ। ਫਿਰ ਮੰਮੀ ਨੇ ਵਿਆਹ ਲਈ 1 ਸਾਲ ਦਾ ਵਕਤ ਮੰਗਿਆ। ਮੇਰਾ ਮੰਗੇਤਰ ਮੰਗਣੇ ਵਿੱਚ ਵੀ ਸਿਰਫ 15 ਮਿੰਟ ਹੀ ਆਇਆ ਸੀ। ਫਿਰ ਉਹ ਕੋਈ ਜ਼ਰੂਰੀ ਕੰਮ ਕਹਿ ਕੇ ਉੱਥੋਂ ਚਲਾ ਗਿਆ ਸੀ। ਮੇਰੀ ਨਣਦ ਦੇ ਜ਼ਰੀਏ ਸਾਡੇ ਨੰਬਰ ਵੀ ਐਕਸਚੇਂਜ ਹੋ ਗਏ ਸਨ, ਪਰ ਉਸਨੇ ਖੁਦ ਤੋਂ ਕਦੇ ਮੈਨੂੰ ਫੋਨ ਨਹੀਂ ਕੀਤਾ ਸੀ। ਪਹਿਲਾਂ ਤਾਂ ਇਹ ਗੱਲ ਮੈਨੂੰ ਮਹਿਸੂਸ ਨਹੀਂ ਹੋਈ, ਪਰ ਹੁਣ ਮੈਨੂੰ ਮੇਰੇ ਮੰਗੇਤਰ ਦਾ ਇਗਨੋਰ ਕਰਨਾ ਬਹੁਤ ਬੁਰਾ ਲੱਗਦਾ ਸੀ। ਪਰ ਮੈਂ ਬਰਦਾਸ਼ਤ ਕਰ ਜਾਂਦੀ, ਹੋਰ ਕਰ ਵੀ ਕੀ ਸਕਦੀ ਸੀ। ਹੁਣ ਉਹਨਾਂ ਨੂੰ ਦਿੱਤਾ ਹੋਇਆ ਵਕਤ ਪੂਰਾ ਹੋ ਗਿਆ ਸੀ, ਇਸੇ ਲਈ ਉਹ ਵਿਆਹ ਦੀ ਤਾਰੀਖ ਰੱਖਣ ਆਏ ਸਨ ਤੇ ਮੰਮੀ ਨੇ ਕੁਝ ਸਮਾਂ ਹੋਰ ਮੰਗ ਲਿਆ ਸੀ। ਇਸ 'ਤੇ ਮੇਰੇ ਮੰਗੇਤਰ ਨੇ ਕੋਈ ਰਿਐਕਟ ਨਹੀਂ ਕੀਤਾ ਸੀ। ਮੇਰੀ ਭੈਣ ਹੁਣ 9ਵੀਂ ਕਲਾਸ ਵਿੱਚ ਸੀ। ਉਸ ਦੀ ਉਮਰ 14 ਸਾਲ ਹੋ ਗਈ ਸੀ। ਮੈਂ ਤੇ ਮੰਮੀ ਉਸ ਦਾ ਬਹੁਤ ਖਿਆਲ ਰੱਖਦੀਆਂ ਸੀ। ਉਸ ਦੀ ਹਰ ਖੁਆਇਸ਼ ਵੱਲ ਧਿਆਨ ਦਿੰਦੇ ਸੀ ਤੇ ਉਸ ਨੂੰ ਕਦੇ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਪਰ ਅੱਜ ਜੋ ਮੈਂ ਖਬਰ ਸੁਣੀ ਸੀ, ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਰਿਐਕਟ ਕਰਾਂ। ਪਤਾ ਨਹੀਂ ਸਾਡੀ ਪਰਵਰਿਸ਼ ਵਿੱਚ ਕਿੱਥੇ ਕਮੀ ਹੋ ਗਈ ਸੀ, ਜਿਹੜਾ ਉਸਨੇ ਇੰਨਾ ਵੱਡਾ ਕਦਮ ਚੁੱਕ ਲਿਆ। ਮੰਮੀ ਨੇ ਕਿਹਾ ਕਿ ਜਦ ਉਹ ਸਕੂਲ ਤੋਂ ਵਾਪਸ ਆਈ ਤਾਂ ਉਸਨੂੰ ਚੱਕਰ ਆ ਰਹੇ ਸੀ ਤੇ ਉਸਦੇ ਪੇਟ ਵਿੱਚ ਵੀ ਦਰਦ ਸੀ। ਫਿਰ ਮੰਮੀ ਨੇ ਮੈਨੂੰ ਫੋਨ ਕੀਤਾ ਤੇ ਮੈਂ ਫੋਨ ਨਹੀਂ ਉਠਾਇਆ ਸੀ। ਫਿਰ ਮੰਮੀ ਉਸ ਨੂੰ ਲੈ ਕੇ ਹਸਪਤਾਲ ਚਲੀ ਗਈ। ਡਾਕਟਰਾਂ ਨੂੰ ਉਸਦੀ ਹਾਲਤ ਦੇਖ ਕੇ ਕੁਝ ਸ਼ੱਕ ਹੋਇਆ ਤਾਂ ਉਹਨਾਂ ਨੇ ਕੁਝ ਟੈਸਟ ਕੀਤੇ ਤੇ ਟੈਸਟ ਦੀ ਰਿਪੋਰਟ ਪੋਜ਼ਿਟਿਵ ਨਿਕਲੀ। ਡਾਕਟਰਾਂ ਦੀ ਰਿਪੋਰਟ ਚੀਖ ਕੇ ਮੇਰੀ 14 ਸਾਲ ਦੀ ਭੈਣ ਦੇ ਮਾਂ ਬਣਨ ਦੀ ਖਬਰ ਸੁਣਾ ਰਹੀ ਸੀ। ਮੈਂ ਬਹੁਤ ਮੁਸ਼ਕਿਲ ਨਾਲ ਖੁਦ 'ਤੇ ਕੰਟਰੋਲ ਕੀਤਾ ਤੇ ਆਪਣੀ ਭੈਣ ਵੱਲ ਵਧੀ ਤਾਂ ਕਿ ਉਸ ਨੂੰ ਪੁੱਛ ਸਕਾਂ ਕਿ ਉਸ ਨੇ ਇਹ ਹਰਕਤ ਕਿਉਂ ਕੀਤੀ। ਉਸ ਨੇ ਆਪਣੇ ਕਿਰਦਾਰ 'ਤੇ ਇੰਨਾ ਵੱਡਾ ਦਾਗ ਕਿਉਂ ਲਗਾ ਦਿੱਤਾ। ਅਜੇ ਮੇਰਾ ਸਵਾਲ ਮੂੰਹ ਵਿੱਚ ਹੀ ਸੀ ਕਿ ਉਹ ਰੋਂਦੇ ਹੋਏ ਕਹਿਣ ਲੱਗੀ ਕਿ ਮੈਂ ਬੇਕਸੂਰ ਹਾਂ, ਮੈਂ ਪਾਕ ਪਵਿੱਤਰ ਹਾਂ। ਇਹ ਕਹਿ ਕੇ ਉਹ ਭੱਜ ਕੇ ਦੂਜੇ ਕਮਰੇ ਵਿੱਚ ਚਲੀ ਗਈ ਤੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ। ਮੈਂ ਮੰਮੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਸਦਮਾ ਹੀ ਬਹੁਤ ਵੱਡਾ ਸੀ। ਮੰਮੀ ਦੀ ਤਾਂ ਸੋਚਣ ਸਮਝਣ ਦੀ ਸ਼ਕਤੀ ਹੀ ਖਤਮ ਹੋ ਗਈ ਸੀ। ਹੁਣ ਮੈਨੂੰ ਹੀ ਸਮਝਦਾਰੀ ਨਾਲ ਕੰਮ ਲੈਣਾ ਸੀ ਤੇ ਇਸ ਪਰੇਸ਼ਾਨੀ 'ਚੋਂ ਨਿਕਲਣ ਦਾ ਕੋਈ ਨਾ ਕੋਈ ਹੱਲ ਕੱਢਣਾ ਸੀ। ਮੈਂ ਕਈ ਵਾਰ ਆਪਣੀ ਭੈਣ ਦੇ ਕਮਰੇ ਦਾ ਦਰਵਾਜ਼ਾ ਖਟਖਟਾਇਆ, ਪਰ ਉਸਨੇ ਦਰਵਾਜ਼ਾ ਨਹੀਂ ਖੋਲ੍ਹਿਆ। ਮੈਂ ਉਸ ਨੂੰ ਪੁੱਛਣਾ ਚਾਹੁੰਦੀ ਸੀ ਕਿ ਕਿਸੇ ਨੇ ਉਸ ਨਾਲ ਜ਼ੁਲਮ ਕੀਤਾ ਹੈ ਜਾਂ ਫਿਰ ਉਹ ਖੁਦ ਹੀ, ਪਰ ਐਨੀ ਛੋਟੀ ਬੱਚੀ ਇਸ ਤਰ੍ਹਾਂ ਕਿਵੇਂ ਕਰ ਸਕਦੀ ਹੈ। ਇਹ ਮੇਰੀ ਸਮਝ ਤੋਂ ਬਾਹਰ ਸੀ। ਥੱਕ ਹਾਰ ਕੇ ਮੈਂ ਆਪਣੇ ਕਮਰੇ ਵਿੱਚ ਆ ਗਈ। ਅਗਲੀ ਸਵੇਰ ਮੇਰੇ ਉੱਠਣ ਤੋਂ ਪਹਿਲਾਂ ਹੀ ਉਹ ਸਕੂਲ ਜਾ ਚੁੱਕੀ ਸੀ। ਮੈਂ ਵੀ ਮੰਮੀ ਨੂੰ ਰਿਲੈਕਸ ਕਹਿਣ ਦਾ ਬੋਲਿਆ ਤੇ ਸਕੂਲ ਚਲੀ ਗਈ। ਪੂਰਾ ਦਿਨ ਮੇਰਾ ਦਿਮਾਗ ਖਰਾਬ ਰਿਹਾ। ਬਦਨਾਮੀ ਦਾ ਡਰ ਸਿਰ ਚੜ੍ਹ ਕੇ ਬੋਲ ਰਿਹਾ ਸੀ। ਫਿਰ ਮੈਂ ਸੋਚਿਆ ਕਿ ਅਜੇ ਸ਼ੁਰੂਆਤੀ ਦਿਨ ਹਨ, ਕਿਉਂ ਨਾ ਉਸ ਦਾ ਅਬੋਰਸ਼ਨ ਕਰਵਾ ਦਿੱਤਾ ਜਾਵੇ। ਮੈਂ ਘਰ ਆ ਕੇ ਆਪਣੀ ਮਾਂ ਤੇ ਭੈਣ ਨਾਲ ਗੱਲ ਕੀਤੀ, ਪਰ ਮੇਰੀ ਭੈਣ ਇੱਕਦਮ ਆਕੜ ਗਈ। ਉਹ ਅਜਿਹਾ ਨਹੀਂ ਚਾਹੁੰਦੀ ਸੀ।
ਉਸ ਨੂੰ ਨਾ ਤਾਂ ਬਦਨਾਮੀ ਦਾ ਡਰ ਸੀ ਤੇ ਨਾ ਹੀ ਆਪਣੇ ਕਿਰਦਾਰ 'ਤੇ ਲੱਗੇ ਹੋਏ ਦਾਗ ਦਾ। ਉਹ ਇਸ ਤਰ੍ਹਾਂ ਸਕੂਨ ਨਾਲ ਬੈਠੀ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਪਰ ਮੈਂ ਬਹੁਤ ਪਰੇਸ਼ਾਨ ਸੀ, ਕਿਉਂਕਿ ਜੇ ਇਹ ਗੱਲ ਮੇਰੇ ਸਸੁਰਾਲ ਵਾਲਿਆਂ ਨੂੰ ਪਤਾ ਲੱਗ ਜਾਂਦੀ ਤਾਂ ਉਹ ਰਿਸ਼ਤਾ ਤੋੜਨ ਵਿੱਚ 1 ਮਿੰਟ ਵੀ ਨਾ ਲਗਾਉਂਦੇ। ਮੈਂ ਕਿਸੇ ਵੀ ਤਰ੍ਹਾਂ ਇਸ ਝੰਜਟ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ, ਕਿਉਂਕਿ ਇਹ ਬਦਨਾਮੀ ਤੋਂ ਬਿਨਾਂ ਹੋਰ ਕੁਝ ਨਹੀਂ ਸੀ। ਜਿੰਨਾ ਇਸ ਨੂੰ ਵਧਾਇਆ ਜਾਣਾ ਸੀ, ਇਹ ਸਾਡੇ ਲਈ ਮੁਸ਼ਕਿਲ ਹੀ ਪੈਦਾ ਕਰਦਾ, ਕਿਉਂਕਿ ਮੇਰੀ ਭੈਣ ਦੀ ਤਬੀਅਤ ਵੀ ਖਰਾਬ ਹੁੰਦੀ ਜਾ ਰਹੀ ਸੀ। ਉਸ ਦੀ ਪੀਲੀ ਰੰਗਤ ਨਾਲ ਕਿਸੇ ਨੂੰ ਵੀ ਸ਼ੱਕ ਹੋ ਸਕਦਾ ਸੀ। ਇਸ ਲਈ ਮੰਮੀ ਨੇ ਉਸ ਦਾ ਸਕੂਲ ਛਡਵਾ ਦਿੱਤਾ। ਮੈਂ ਹਰ ਤਰ੍ਹਾਂ ਦੀ ਕੋਸ਼ਿਸ਼ ਕਰਕੇ ਦੇਖ ਲਈ ਸੀ ਕਿ ਉਹ ਕਿਸੇ ਵੀ ਤਰ੍ਹਾਂ ਇਸ ਦਾਗ ਨੂੰ ਮਿਟਾ ਦੇਵੇ, ਪਰ ਉਹ ਰਾਜੀ ਨਹੀਂ ਹੋਈ। ਮੈਂ ਰਸੋਈ ਵਿੱਚ ਖੜੀ ਦੁੱਧ ਗਰਮ ਕਰ ਰਹੀ ਸੀ। ਦੁੱਧ ਗਰਮ ਕਰਕੇ ਮੈਂ ਇੱਕ ਗਲਾਸ ਵਿੱਚ ਦੁੱਧ ਪਾਇਆ ਤੇ ਆਪਣੀ ਜੇਬ ਵਿੱਚੋਂ ਇੱਕ ਛੋਟੀ ਜਿਹੀ ਸ਼ੀਸ਼ੀ ਕੱਢੀ। ਉਸ ਸ਼ੀਸ਼ੀ ਵਿੱਚ ਅਬੋਰਸ਼ਨ ਦੀ ਦਵਾਈ ਸੀ। ਮੈਂ ਉਹ ਸ਼ੀਸ਼ੀ ਖੋਲ੍ਹੀ ਤੇ ਦੁੱਧ ਵਿੱਚ ਪਾ ਕੇ ਮਿਲਾਉਣ ਲੱਗੀ। ਮੇਰੇ ਹੱਥ ਕੰਬ ਰਹੇ ਸੀ ਕਿ ਮੈਂ ਕਿਸੇ ਦੀ ਜਾਨ ਲੈਣ ਜਾ ਰਹੀ ਹਾਂ, ਪਰ ਇਹ ਸਭ ਮੇਰੀ ਭੈਣ ਦੇ ਭਲੇ ਲਈ ਹੀ ਕਰ ਰਹੀ ਸੀ। ਮੈਂ ਆਪਣੀ ਭੈਣ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੀ ਜ਼ਿੰਦਗੀ ਬਰਬਾਦ ਕਰਦੇ ਹੋਏ ਨਹੀਂ ਦੇਖ ਸਕਦੀ ਸੀ। ਅਜੇ ਉਹ ਖੁਦ ਬੱਚੀ ਸੀ ਤਾਂ ਬੱਚੇ ਨੂੰ ਕਿਵੇਂ ਸੰਭਾਲਦੀ? ਲੋਕ ਤਾਂ ਉਸ ਨੂੰ ਤਾਨੇ ਮਾਰ-ਮਾਰ ਕੇ ਹੀ ਮਾਰ ਦਿੰਦੇ। ਦੁਨੀਆ ਅਜਿਹੀਆਂ ਔਰਤਾਂ ਨੂੰ ਕਿੱਥੇ ਜੀਣ ਦਿੰਦੀ ਹੈ? ਫਿਰ ਇਹ ਤਾਂ ਔਰਤ ਵੀ ਨਹੀਂ ਸੀ, ਇੱਕ ਬੱਚੀ ਸੀ। ਇਸ ਲਈ ਮੈਂ ਦੁੱਧ ਵਿੱਚ ਉਹ ਦਵਾਈ ਮਿਲਾ ਦਿੱਤੀ ਕਿ ਇਸ ਨਾਲ ਸੱਪ ਵੀ ਮਰ ਜਾਵੇਗਾ ਤੇ ਸੋਟੀ ਵੀ ਨਹੀਂ ਟੁੱਟੇਗੀ। ਦਵਾਈ ਮਿਲਾ ਕੇ ਮੈਂ ਸ਼ੀਸ਼ੀ ਵਾਪਸ ਆਪਣੀ ਜੇਬ ਵਿੱਚ ਪਾ ਲਈ। ਫਿਰ ਦੁੱਧ ਦਾ ਗਲਾਸ ਲੈ ਕੇ ਆਪਣੀ ਭੈਣ ਦੇ ਕਮਰੇ ਵਿੱਚ ਗਈ ਤਾਂ ਉਹ ਬੈੱਡ 'ਤੇ ਪਈ ਸੀ। ਮੈਂ ਉਸ ਨੂੰ ਕਿਹਾ ਕਿ ਇਹ ਦੁੱਧ ਪੀ ਲੈ, ਮੈਂ ਹੁਣੇ ਗਰਮ ਕਰਕੇ ਲੈ ਕੇ ਆਈ ਹਾਂ। ਉਹ ਮੇਰੇ ਹੱਥ 'ਚੋਂ ਦੁੱਧ ਲੈ ਕੇ ਪੀਣ ਲੱਗੀ ਤੇ ਮੈਨੂੰ ਅਜੀਬ ਨਜ਼ਰਾਂ ਨਾਲ ਦੇਖਣ ਲੱਗੀ। ਮੈਨੂੰ ਉਸਦੀਆਂ ਨਜ਼ਰਾਂ ਤੋਂ ਡਰ ਲੱਗਣ ਲੱਗਾ ਤੇ ਮੈਂ ਆਪਣੇ ਕਮਰੇ ਵਿੱਚ ਆ ਗਈ। ਹੁਣ ਮੈਂ ਰੋਜ਼ ਉਸ ਨੂੰ ਦੁੱਧ ਵਿੱਚ ਇੱਕ ਡੋਜ਼ ਮਿਲਾ ਕੇ ਦੇ ਦਿੰਦੀ ਸੀ। 1 ਹਫ਼ਤੇ ਵਿੱਚ ਹੀ ਉਸ ਦਾ ਨਤੀਜਾ ਮਿਲਣਾ ਸ਼ੁਰੂ ਹੋ ਗਿਆ ਸੀ, ਜਦਕਿ ਦਵਾਈ ਦੀ ਪਹਿਲੀ ਡੋਜ਼ ਵਿੱਚ ਹੀ ਅਸਰ ਹੋ ਜਾਣਾ ਚਾਹੀਦਾ ਸੀ। ਸ਼ਾਇਦ ਘੱਟ ਡੋਜ਼ ਦੇ ਕਾਰਨ ਇੰਨਾ ਵਕਤ ਲੱਗ ਗਿਆ ਸੀ। ਉਸ ਦਿਨ ਵੀ ਮੈਂ ਦੁੱਧ ਵਿੱਚ ਦਵਾਈ ਮਿਲਾ ਕੇ ਦੇ ਦਿੱਤੀ ਤੇ ਆਪਣੇ ਕਮਰੇ ਵਿੱਚ ਆ ਕੇ ਸੌਂ ਗਈ। ਸਵੇਰੇ ਉੱਠ ਕੇ ਮੈਂ ਸਕੂਲ ਚਲੀ ਗਈ। ਉਸ ਦਿਨ ਮੈਂ ਸਕੂਲ ਜਲਦੀ ਗਈ ਸੀ, ਕਿਉਂਕਿ ਸਾਡੀ ਮੀਟਿੰਗ ਸੀ ਤੇ ਮੈਂ ਡਾਇਰੀ ਤਿਆਰ ਨਹੀਂ ਕੀਤੀ ਸੀ, ਇਸ ਲਈ ਮੈਂ ਜਲਦੀ ਚਲੀ ਗਈ ਸੀ। ਮੈਂ ਇਸ ਗੱਲ ਤੋਂ ਅਣਜਾਣ ਸੀ ਕਿ ਮੇਰੇ ਪਿੱਛੇ ਤੋਂ ਘਰ ਵਿੱਚ ਕੀ ਹੋਵੇਗਾ। ਉਸ ਦਿਨ ਟੀਚਰ ਪ੍ਰੈਜ਼ੈਂਟ ਮੀਟਿੰਗ ਸੀ, ਇਸ ਲਈ ਸਾਰੇ ਟੀਚਰਾਂ ਦਾ ਫੋਨ ਲੈ ਕੇ ਬੰਦ ਕਰ ਦਿੱਤਾ ਗਿਆ ਸੀ। ਉਸ ਦਿਨ ਅਸੀਂ ਬਹੁਤ ਬਿਜੀ ਰਹੇ ਸੀ ਤੇ 12 ਵਜੇ ਸਾਡੀ ਮੀਟਿੰਗ ਖਤਮ ਹੋਈ ਸੀ। ਮੈਂ ਬਹੁਤ ਜ਼ਿਆਦਾ ਥੱਕ ਗਈ ਸੀ ਤੇ ਮੈਂ ਇਸੇ ਤਰ੍ਹਾਂ ਫੋਨ ਲੈ ਕੇ ਬੈਗ ਵਿੱਚ ਪਾ ਲਿਆ। ਮੈਂ ਫੋਨ ਔਨ ਵੀ ਨਹੀਂ ਕੀਤਾ ਸੀ। ਜਦ ਮੈਂ ਘਰ ਪਹੁੰਚੀ ਤਾਂ ਇੱਕਦਮ ਸन्नाटा ਪਿਆ ਸੀ। ਇਹ ਦੇਖ ਕੇ ਮੈਂ ਪਰੇਸ਼ਾਨ ਹੋ ਗਈ। ਮੈਂ ਧੜਕਦੇ ਦਿਲ ਨਾਲ ਅੰਦਰ ਗਈ। ਅੰਦਰ ਮੰਮੀ ਦੀ ਹਾਲਤ ਦੇਖ ਕੇ ਮੈਂ ਭੱਜ ਕੇ ਮੰਮੀ ਦੇ ਕੋਲ ਗਈ। ਮੰਮੀ ਜ਼ੋਰ-ਜ਼ੋਰ ਨਾਲ ਰੋ ਰਹੀ ਸੀ। ਜਦ ਮੈਂ ਮੰਮੀ ਨੂੰ ਇਸ ਬਾਰੇ ਪੁੱਛਿਆ ਤਾਂ ਅਗਲੇ ਹੀ ਪਲ ਮੰਮੀ ਨੇ ਮੇਰੇ ਮੂੰਹ 'ਤੇ ਥੱਪੜ ਮਾਰਿਆ ਸੀ ਤੇ ਫਿਰ ਮੰਮੀ ਨੇ ਜੋ ਕਿਹਾ ਉਸ ਨਾਲ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਮੰਮੀ ਨੇ ਕਿਹਾ ਕਿ ਤੂੰ ਕਿਵੇਂ ਦੀ ਪੱਥਰ ਦਿਲ ਹੈ, ਤੂੰ ਆਪਣੀ ਹੀ ਭੈਣ ਦੀ ਜਾਨ ਲੈ ਲਈ ਹੈ। ਮੈਂ ਹੈਰਾਨ ਹੋ ਕੇ ਮੰਮੀ ਦੀ ਗੱਲ ਸੁਣ ਰਹੀ ਸੀ। ਮੰਮੀ ਕਹਿ ਰਹੀ ਸੀ ਕਿ ਤੈਨੂੰ ਸ਼ਰਮ ਨਹੀਂ ਆਈ ਕਿ ਤੂੰ ਮੇਰੀ ਬੱਚੀ ਦੀ ਜਾਨ ਲੈ ਲਈ? ਮੈਂ ਤੈਨੂੰ ਸਗੀ ਮਾਂ ਤੋਂ ਵੀ ਵੱਧ ਪਿਆਰ ਕੀਤਾ ਸੀ, ਪਰ ਤੂੰ ਮੇਰੀ ਹੀ ਬੱਚੀ ਨੂੰ ਮਾਰ ਦਿੱਤਾ। ਤੇਰੀ ਮੇਰੇ ਨਾਲ ਕੀ ਦੁਸ਼ਮਣੀ ਸੀ? ਮੈਂ ਸਫਾਈ ਵਿੱਚ ਕੁਝ ਕਹਿਣ ਦੀ ਕੋਸ਼ਿਸ਼ ਕੀਤੀ, ਪਰ ਮੰਮੀ ਨੇ ਮੇਰੀ ਕੋਈ ਗੱਲ ਨਹੀਂ ਸੁਣੀ। ਮੈਂ ਚੁੱਪਚਾਪ ਖੜੀ ਮੰਮੀ ਦੇ ਇਲਜ਼ਾਮ ਸੁਣ ਰਹੀ ਸੀ। ਮੰਮੀ ਸਹੀ ਤਾਂ ਕਹਿ ਰਹੀ ਸੀ। ਮੇਰੀ ਦਿੱਤੀ ਹੋਈ ਦਵਾਈ ਦੇ ਨਾਲ ਹੀ ਮੇਰੀ ਭੈਣ ਦੀ ਜਾਨ ਚਲੀ ਗਈ ਸੀ, ਕਿਉਂਕਿ ਉਹ ਖੁਦ ਵੀ ਬੱਚੀ ਸੀ ਤੇ ਇਸ ਦਵਾਈ ਨੂੰ ਬਰਦਾਸ਼ਤ ਨਹੀਂ ਕਰ ਸਕੀ ਸੀ ਤੇ ਜ਼ਿੰਦਗੀ ਦੀ ਬਾਜੀ ਹਾਰ ਗਈ ਸੀ। ਮੇਰੀ ਮੰਮੀ ਨੇ ਮੈਨੂੰ ਮੇਰੀ ਭੈਣ ਦਾ ਜਨਾਜ਼ਾ ਤੱਕ ਨਹੀਂ ਦੇਖਣ ਦਿੱਤਾ। ਕੁਝ ਦੇਰ ਬਾਅਦ ਹੀ ਮੇਰੇ ਸਸੁਰਾਲ ਵਾਲੇ ਵੀ ਪਹੁੰਚ ਗਏ ਸਨ। ਸਾਰਿਆਂ ਨੂੰ ਇਹੀ ਦੱਸਿਆ ਸੀ ਕਿ ਛਿਪਕਲੀ ਵਾਲਾ ਦੁੱਧ ਪੀਣ ਨਾਲ ਜ਼ਹਿਰ ਦੇ ਕਾਰਨ ਉਸ ਦੀ ਮੌਤ ਹੋ ਗਈ ਹੈ। ਸੱਚਾਈ ਤੋਂ ਸਿਰਫ ਮੈਂ ਤੇ ਮੇਰੀ ਮੰਮੀ ਹੀ ਵਾਕਿਫ ਸੀ। ਕੁਝ ਹੀ ਦੇਰ ਬਾਅਦ ਮੇਰੀ ਭੈਣ ਦਾ ਸੰਸਕਾਰ ਕੀਤਾ ਗਿਆ ਤੇ ਮੈਨੂੰ ਉਸਦੇ ਆਖਰੀ ਦੀਦਾਰ ਵੀ ਨਹੀਂ ਕਰਵਾਏ ਗਏ। ਖੈਰ, ਜ਼ਿੰਦਗੀ ਫਿਰ ਆਪਣੀ ਰੂਟੀਨ 'ਤੇ ਆ ਗਈ। ਇਸ ਵਿੱਚ ਮੈਂ ਆਪਣੀ ਮੰਮੀ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਮੇਰੀ ਭੈਣ ਮੇਰੇ ਸੁਪਨਿਆਂ ਵਿੱਚ ਆਉਂਦੀ ਸੀ ਤੇ ਮੇਰੇ ਤੋਂ ਆਪਣੀ ਜਾਨ ਦਾ ਹਿਸਾਬ ਮੰਗਦੀ ਸੀ। ਮੈਂ ਇਹਨਾਂ ਸੁਪਨਿਆਂ ਦੀ ਵਜ੍ਹਾ ਨਾਲ ਇੱਕ ਪਲ ਵੀ ਨਹੀਂ ਸੌਂ ਸਕਦੀ ਸੀ। ਮੇਰੀ ਤਬੀਅਤ ਵੀ ਖਰਾਬ ਹੋਣ ਲੱਗੀ ਸੀ। ਇਸ ਲਈ ਮੈਂ ਫੈਸਲਾ ਕੀਤਾ ਕਿ ਥੋੜ੍ਹੇ ਦਿਨਾਂ ਲਈ ਮੈਂ ਇੱਥੋਂ ਦੂਰ ਚਲੀ ਜਾਂਦੀ ਹਾਂ। ਜਗ੍ਹਾ ਦੀ ਚੇਂਜਿੰਗ ਨਾਲ ਮੰਮੀ ਵੀ ਆਪਣੇ ਆਪ ਨੂੰ ਥੋੜ੍ਹਾ ਸਹੀ ਮਹਿਸੂਸ ਕਰਨਗੇ ਤੇ ਮੇਰੀ ਵੀ ਸਿਹਤ ਠੀਕ ਹੋ ਜਾਵੇਗੀ। ਇਸੇ ਲਈ ਮੈਂ ਸਕੂਲ ਛੁੱਟੀਆਂ ਲੈਣ ਜਾਣਾ ਸੀ। ਮੈਂ ਘਰ ਨੂੰ ਤਾਲਾ ਲਗਾਇਆ, ਕਿਉਂਕਿ ਮੰਮੀ ਕਿਤੇ ਬਾਹਰ ਗਈ ਹੋਈ ਸੀ। ਮੈਂ ਤਾਲਾ ਲਗਾ ਕੇ ਚਾਬੀ ਆਪਣੀ ਗਵਾਂਢ ਵਾਲੀ ਆਂਟੀ ਨੂੰ ਦੇ ਦਿੱਤੀ ਤਾਂ ਜੋ ਮੰਮੀ ਨੂੰ ਆ ਕੇ ਇੰਤਜ਼ਾਰ ਨਾ ਕਰਨਾ ਪਵੇ। ਸਕੂਲ ਪਹੁੰਚ ਕੇ ਮੈਂ ਜਦ ਪ੍ਰਿੰਸੀਪਲ ਦੇ ਰੂਮ ਵਿੱਚ ਗਈ, ਉਸ ਵਕਤ ਮੈਨੂੰ ਆਪਣੀ ਤਬੀਅਤ ਠੀਕ ਨਹੀਂ ਲੱਗ ਰਹੀ ਸੀ। ਸਕੂਲ ਤੋਂ ਸਿੱਧਾ ਮੈਂ ਖੁਦ ਨੂੰ ਦਿਖਾਉਣ ਦੇ ਲਈ ਹਸਪਤਾਲ ਆ ਗਈ।
ਜਦ ਮੈਂ ਹਸਪਤਾਲ ਪਹੁੰਚੀ ਤਾਂ ਮੈਂ ਉੱਥੇ ਦੇਖਿਆ ਕਿ ਉੱਥੇ ਬੈੱਡ 'ਤੇ ਪਈ ਘੱਟ ਉਮਰ ਦੀ ਕੁੜੀ ਕੋਈ ਹੋਰ ਨਹੀਂ ਸਗੋਂ ਮੇਰੀ ਭੈਣ ਸੀ, ਜਿਹੜੀ ਕਿ ਦਰਦ ਨਾਲ ਚਿਲਾ ਰਹੀ ਸੀ। ਮੈਂ ਖੁਦ ਨੂੰ ਡਿੱਗਣ ਤੋਂ ਬਚਾਉਣ ਲਈ ਬੈੱਡ ਦਾ ਸਹਾਰਾ ਲਿਆ ਸੀ। ਮੇਰੀ ਮੰਮੀ ਡਾਕਟਰ ਦੇ ਸਾਹਮਣੇ ਹੱਥ ਜੋੜ-ਜੋੜ ਕੇ ਮੇਰੀ ਭੈਣ ਨੂੰ ਬਚਾਉਣ ਦੀ ਦਰਖਾਸਤ ਕਰ ਰਹੀ ਸੀ। ਮੈਂ ਪਿੱਛੇ ਸੀ, ਇਸ ਲਈ ਉਹ ਮੈਨੂੰ ਨਹੀਂ ਦੇਖ ਸਕੀ। ਖੈਰ, ਮੰਮੀ ਨੂੰ ਲੇਬਰ ਰੂਮ ਵਿੱਚੋਂ ਬਾਹਰ ਕੱਢ ਕੇ ਡਾਕਟਰ ਨੇ ਚੈੱਕਅਪ ਸ਼ੁਰੂ ਕੀਤਾ। ਫਿਰ ਉਹ ਜਲਦੀ ਨਾਲ ਮੇਰੀ ਭੈਣ ਨੂੰ ਆਪਰੇਸ਼ਨ ਥੀਏਟਰ ਵਿੱਚ ਲੈ ਗਏ। 1 ਘੰਟੇ ਬਾਅਦ ਮੇਰੀ ਭੈਣ ਦੇ ਪੇਟ ਵਿੱਚੋਂ ਨਿਕਲਣ ਵਾਲਾ ਮੇਰੇ ਹੱਥਾਂ ਵਿੱਚ ਸੀ। ਉਹ ਕੋਈ ਬੱਚਾ ਨਹੀਂ ਸੀ, ਬਲਕਿ ਰਸੌਲੀ ਦਾ ਇੱਕ ਗੁੱਛਾ ਸੀ, ਜਿਸ ਨੇ ਮੇਰੀ ਭੈਣ ਦਾ ਪੇਟ ਫੁਲਾ ਕੇ ਵੱਡਾ ਕਰ ਦਿੱਤਾ ਸੀ। ਡਾਕਟਰ ਨੇ ਕਿਹਾ ਸੀ ਕਿ ਬੱਚੀ ਇੱਕ ਵਾਰ ਮੇਰੇ ਕੋਲ ਆਈ ਸੀ। ਉਸ ਵਕਤ ਵੀ ਮੈਨੂੰ ਇਸ ਦੀ ਰਸੌਲੀ ਦਾ ਸ਼ੱਕ ਸੀ। ਮੈਂ ਕੁਝ ਟੈਸਟ ਵੀ ਕੀਤੇ ਸਨ ਤੇ ਇਸ ਦੀ ਰਿਪੋਰਟ ਰੱਖ ਕੇ ਐਮਰਜੈਂਸੀ ਵਿੱਚ ਚਲੀ ਗਈ। ਜਦੋਂ ਮੈਂ ਵਾਪਸ ਆਈ ਤਾਂ ਇਸ ਦੀ ਮਾਂ ਇਸ ਦੀ ਜਗ੍ਹਾ ਕਿਸੇ ਹੋਰ ਦੀ ਰਿਪੋਰਟ ਲੈ ਕੇ ਚਲੀ ਗਈ। ਉਹ ਕਿਸੇ ਹੋਰ ਦੀ ਪ੍ਰੈਗਨੈਂਸੀ ਰਿਪੋਰਟ ਸੀ। ਕਾਸ਼ ਇਹ ਪਹਿਲਾਂ ਆ ਜਾਂਦੀ ਤਾਂ ਇਸ ਨੂੰ ਹੁਣ ਇੰਨੀ ਤਕਲੀਫ ਬਰਦਾਸ਼ਤ ਨਾ ਕਰਨੀ ਪੈਂਦੀ। ਮੈਂ ਉਹ ਪੈਕਟ ਫੜ ਕੇ ਮੰਮੀ ਦੇ ਕੋਲ ਗਈ। ਮੰਮੀ ਮੈਨੂੰ ਦੇਖ ਕੇ ਇੱਕਦਮ ਚੌਂਕ ਗਈ। ਉਹ ਤਾਂ ਮੈਨੂੰ ਘਰ ਛੱਡ ਕੇ ਆਈ ਸੀ। ਉਹਨਾਂ ਨੂੰ ਮੇਰੇ ਇੱਥੇ ਆਉਣ ਦੀ ਉਮੀਦ ਨਹੀਂ ਸੀ। ਮੈਂ ਉਹ ਰਸੌਲੀ ਵਾਲਾ ਪੈਕਟ ਮੰਮੀ ਦੇ ਹੱਥਾਂ ਵਿੱਚ ਦੇ ਦਿੱਤਾ। ਇਹ ਰਸੌਲੀ, ਜਿਸ ਨੂੰ ਤੁਸੀਂ ਬੱਚਾ ਸਮਝ ਕੇ ਉਸਦੇ ਪੇਟ ਵਿੱਚ 9 ਮਹੀਨੇ ਤੱਕ ਪਾਲਦੇ ਰਹੇ, ਇਹਨਾਂ ਨੇ ਤੁਹਾਡੀ ਬੇਟੀ ਦਾ ਸਾਰਾ ਪੇਟ ਜ਼ਖਮੀ ਕਰ ਦਿੱਤਾ ਹੈ। ਉਹ ਕਿੰਨੀ ਤਕਲੀਫ ਵਿੱਚ ਹੈ, ਤੁਸੀਂ ਜਾ ਕੇ ਦੇਖੋ। ਮੈਂ ਆਪਣੀ ਮੰਮੀ ਨੂੰ ਕਿਹਾ। ਉਹਨਾਂ ਨੇ ਅਜਿਹਾ ਕਿਉਂ ਕੀਤਾ? ਪਰ ਮੇਰੀ ਮੰਮੀ ਦੇ ਕੋਲ ਮੇਰੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ। ਸ਼ਾਇਦ ਉਹਨਾਂ ਨੂੰ ਮੇਰੇ 'ਤੇ ਸ਼ੱਕ ਸੀ ਕਿ ਮੈਂ ਉਹਨਾਂ ਦੀ ਬੇਟੀ ਨੂੰ ਮਾਰ ਦੇਵਾਂਗੀ ਤੇ ਖੁਦ ਹੀ ਆਪਣੀ ਬੇਟੀ ਦੀ ਮੌਤ ਦਾ ਡਰਾਮਾ ਕਰਕੇ ਮੈਨੂੰ ਉਸ ਤੋਂ ਦੂਰ ਕਰ ਦਿੱਤਾ। ਤੇ ਇੱਕ ਮੈਂ ਸੀ ਜੋ ਪਿਛਲੇ ਇੰਨੇ ਮਹੀਨਿਆਂ ਤੋਂ ਇਸ ਬੋਝ ਥੱਲੇ ਸੌਂ ਵੀ ਨਹੀਂ ਸਕੀ ਕਿ ਮੈਂ ਆਪਣੀ ਭੈਣ ਦੀ ਜਾਨ ਲੈ ਲਈ। ਮੈਂ ਖੁਦ ਨਾਲ ਨਜ਼ਰਾਂ ਨਹੀਂ ਮਿਲਾ ਸਕੀ ਸੀ। ਮੈਂ ਮੰਮੀ ਅਤੇ ਭੈਣ ਨੂੰ ਉੱਥੇ ਹੀ ਛੱਡ ਕੇ ਉਹਨਾਂ ਨੂੰ ਬਿਨਾਂ ਦੱਸੇ ਦੂਜੇ ਸ਼ਹਿਰ ਵਿੱਚ ਆ ਗਈ ਸੀ। ਉਹਨਾਂ ਦੇ ਇਸ ਧੋਖੇ ਨੇ ਮੈਨੂੰ ਤੋੜ ਕੇ ਰੱਖ ਦਿੱਤਾ ਸੀ। ਉਹਨਾਂ ਨੂੰ ਮੇਰੇ 'ਤੇ ਭਰੋਸਾ ਨਹੀਂ ਸੀ। ਮੈਂ ਤਾਂ ਜੋ ਵੀ ਕਰ ਰਹੀ ਸੀ ਉਹਨਾਂ ਦੇ ਭਲੇ ਲਈ ਹੀ ਕਰ ਰਹੀ ਸੀ। ਦੂਜੇ ਸ਼ਹਿਰ ਵਿੱਚ ਜਾ ਕੇ ਮੈਂ ਇੱਕ ਸਕੂਲ ਵਿੱਚ ਅਪਲਾਈ ਕੀਤਾ ਸੀ। ਮੇਰੇ ਐਕਸਪੀਰੀਅੰਸ ਦੇ ਕਾਰਨ ਮੈਨੂੰ ਜੌਬ ਮਿਲ ਗਈ ਸੀ। ਹੁਣ ਮੰਮੀ ਤੇ ਛੋਟੀ ਭੈਣ ਦੇ ਖਰਚੇ ਲਈ ਉਹਨਾਂ ਦੇ ਅਕਾਊਂਟ ਵਿੱਚ ਪੈਸੇ ਭੇਜਦੀ ਰਹਿੰਦੀ ਹਾਂ, ਪਰ ਦੁਬਾਰਾ ਕਦੇ ਹਿੰਮਤ ਨਹੀਂ ਹੋਈ ਕਿ ਉਹਨਾਂ ਦੇ ਸਾਹਮਣੇ ਜਾ ਸਕਾਂ, ਕਿਉਂਕਿ ਮੈਂ ਜਦ ਵੀ ਅਜਿਹਾ ਸੋਚਦੀ ਹਾਂ ਤਾਂ ਮੈਨੂੰ ਮੇਰੀ ਰਾਤਾਂ ਦੀ ਬੇਚੈਨੀ ਯਾਦ ਆ ਜਾਂਦੀ ਹੈ, ਜਿਹੜੀ ਕਿ ਮੈਂ ਆਪਣੀ ਭੈਣ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਸਹੀ ਸੀ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਤੁਹਾਨੂੰ ਕਿੱਦਾਂ ਦੀ ਲੱਗੀ? ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।